ਬੰਗਾਲ ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ देश तो लैके विदेश दियां हर हलचलां ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ सिक्खी सिद्धांतां दी ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ पंजाबी पोस्ट 7 ਦਿਨ ਬੰਗਾਲ SDTV ਤੇ। ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ, ਗੱਲ ਹੋਵੇਗੀ ਸਮਾਜ ਦੀ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ, ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ, ਕੌਮ ਦੇ ਗੱਦਾਰ ਹੋ ਜਾਣ ਸਾਵਧਾਨ। ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਾਬੀ ਪੋਸਟ 7 ਦਿਨ ਬੰਗਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਦਰਸ਼ਕ ਦੇਖ ਰਹੇ ਹੋ SDTV ਤੇ ਸ਼ੁਰੂ ਕਰਦੇ ਹਾਂ ਪੰਜਾਬੀ ਪੋਸਟ 7 ਦਿਨ ਦੀਆਂ ਖਬਰਾਂ। ਸਿੱਖ ਧਰਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਨਾਮ ਤੇ ਵਸਿਆ ਗੁਰੂ ਘਰ ਤੇ ਪਾਕਿਸਤਾਨ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸੁਲਝਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਲਾਹੌਰ ਤੇ ਨੌਲੱਖਾ ਸ਼ਹਿਰ ਤੇ ਭਾਈ ਤਾਰੂ ਸਿੰਘ ਦੇ ਗੁਰਦੁਆਰੇ ਤੇ ਕਬਜ਼ਾ ਕਰਨ ਦਾ ਪਾਕਿਸਤਾਨੀ ਸੰਸਥਾ ਵੱਲੋਂ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਦੁਨੀਆ ਭਰ ਵਿੱਚ ਸਿੱਖ ਸੰਸਥਾਵਾਂ ਨੇ ਰੋਸ ਪ੍ਰਗਟ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਹਸਤਖੇਪ ਕਰਕੇ ਮੁੜ ਸਿੱਖਾਂ ਦਾ ਹੱਕ ਦਿਵਾਇਆ ਹੈ। ਇਸ ਬਾਰੇ ਹਰਪਾਲ ਸਿੰਘ ਜੌਹਲ ਹੋਰਾਂ ਨੇ ਕਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪਾਲ ਸਿੰਘ ਜੌਹਲ, ਖਾਲਸਾ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਦੇ ਨਾਤੇ ਸਮੂਹ ਖਾਲਸਾ ਸਾਧ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬਹੁਤ ਵੱਡੀ ਦੁੱਖ ਦੀ ਘਟਨਾ ਵਾਪਰੀ ਸੀ ਪਾਕਿਸਤਾਨ ਦੇ ਵਿੱਚ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਇਤਿਹਾਸ ਦੁਨੀਆ 'ਚ ਵੱਖਰਾ ਇਤਿਹਾਸ ਹੈ, ਜਿਨ੍ਹਾਂ ਦਾ ਇਤਿਹਾਸ ਸਿੱਖ ਜਗਤ ਦੇ ਵਿੱਚ ਇਸ ਢੰਗ ਨਾਲ ਜਾਣਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਕੇਸ ਕਤਲ ਨਹੀਂ ਕਰਵਾਏ। ਜਦ ਉਹਨਾਂ ਦੇ ਕੇਸ ਕਤਲ ਕਰਨ ਦਾ ਹੀਆ ਵਿਰੋਧੀਆਂ ਨੇ ਕੀਤਾ, ਉਸ ਸਮੇਂ ਗੁਰੂ ਦੀ ਕੁਛ ਐਸੀ ਕੌਤਕ ਵਰਤਿਆ ਕਿ ਉਹ ਸਿੱਖ ਦੇ ਕੇਸ ਕਤਲ ਨਹੀਂ ਕਰ ਸਕੇ। ਬਾਅਦ 'ਚ ਉਹਨਾਂ ਦਾ ਖੋਪੜ ਉਤਾਰ ਦਿੱਤਾ ਗਿਆ। ਐਸੇ ਮਹਾਨ ਸ਼ਹੀਦ ਦੀ ਜਿਹੜੀ ਯਾਦਗਾਰ ਆ, ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਉੱਥੇ ਦੇ ਅਖੌਤੀ ਮੌਲਵੀ ਨੇ। ਪਰ ਮੈਂ ਬੜੇ ਹੀ ਸਾਡੇ ਸਤਿਕਾਰਯੋਗ ਸਿੱਖ ਕੌਮ ਦੇ ਸਿਰ ਕੱਢ ਲੀਡਰ ਸਰਦਾਰ ਮਜਿੰਦਰ ਸਿੰਘ ਜੀ ਸਿਰਸਾ ਜੀ ਹੋਣਾ ਨੇ ਇਸ ਚੀਜ਼ ਦਾ ਸੰਗਿਆਨ ਲਿਆ ਔਰ ਉਹਨਾਂ ਨੇ ਸੈਂਟਰ ਗੌਰਮੈਂਟ ਨੂੰ ਦੇ ਉੱਤੇ ਦਬਾਅ ਪਾਇਆ ਕਿ ਸੈਂਟਰ ਗੌਰਮੈਂਟ ਪਾਕਿਸਤਾਨ ਸਰਕਾਰ 'ਤੇ ਦਬਾਅ ਪਾਵੇ ਔਰ ਪਾਕਿਸਤਾਨ ਸਰਕਾਰ ਇਹਦੇ ਉੱਤੇ ਫੈਸਲਾ ਲਵੇ ਕਿ ਇਸ ਮੌਲਵੀ ਦਾ ਕੀ ਕਰਨਾ ਹੈ। ਉਹਦਾ ਇਹ ਹੋਇਆ ਕਿ ਪਾਕਿਸਤਾਨ ਗੌਰਮੈਂਟ ਨੇ ਉਸ ਮੌਲਵੀ ਨੂੰ ਫੜ ਕੇ ਅਰੈਸਟ ਕੀਤਾ ਅਤੇ ਉਹ ਜਿਹੜਾ ਸਾਡੀ ਪਵਿੱਤਰ ਯਾਦਗਾਰ ਹੈ ਸ਼ਹੀਦ ਦੀ, ਉਹ ਦੁਬਾਰਾ ਸਿੱਖ ਕੌਮ ਨੂੰ ਮਿਲ ਗਈ। ਔਰ ਇਹ ਮੈਂ ਆਪਣੇ ਜਿੱਥੇ ਮੈਂ ਭਾਰਤ ਸਰਕਾਰ ਦਾ ਔਰ ਸਾਡੇ ਸਤਿਕਾਰਯੋਗ ਸਿਰ ਕੱਢ ਆਗੂ ਸਿਰਸਾ ਸਾਹਿਬ ਜੀ ਦਾ ਮੈਂ ਸ਼ੁਕਰਗੁਜ਼ਾਰ ਹਾਂ। ਉੱਥੇ ਮੈਂ ਸਤਿਗੁਰੂ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਦਾ ਵੀ ਸ਼ੁਕਰ ਕਰਦਾ ਹਾਂ ਕਿ ਐਸੇ ਇਸ ਤਰ੍ਹਾਂ ਦੇ ਕਿਰਤ ਕਰਨ ਵਾਲੇ ਬੰਦੇ ਨੂੰ, ਇਸ ਤਰ੍ਹਾਂ ਦਾ ਕੁਕਰਮ ਕਰਨ ਵਾਲੇ ਬੰਦੇ ਨੂੰ ਜਿੱਥੇ ਜੇਲ੍ਹ ਦੇ ਪਿੱਛੇ ਜਾਣਾ ਸੀ ਉਹ ਗਿਆ ਔਰ ਉਹ ਮਹਾਨ ਯਾਦ ਜਿਹੜੀ ਆ ਸਿੱਖ ਕੌਮ ਨੂੰ ਵਾਪਸ ਮਿਲੀ। ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਪੋਸਟ ਸਿੱਖਾਂ ਕੋਲ ਜਾ ਕੇ ਇਹਦੇ ਬਾਰੇ ਜਾਣਕਾਰੀ ਲੈ ਰਹੀ ਆ ਔਰ ਸਿੱਖ ਕੌਮ ਤੱਕ ਜਾਣਕਾਰੀ ਦੇ ਰਹੀ ਹੈ ਔਰ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਵੀ ਇਸ ਦੀ ਜਾਣਕਾਰੀ ਪੰਜਾਬੀ ਪੋਸਟ ਰਾਹੀਂ ਮਿਲ ਰਹੀ ਹੈ। ਮੈਂ ਪੰਜਾਬੀ ਪੋਸਟ ਦੀ ਸਾਰੀ ਸਟਾਫ ਦਾ, ਕੈਮਰਾਮੈਨ ਦਾ ਔਰ ਸਾਡੇ ਬੜੇ ਸਤਿਕਾਰਯੋਗ ਵੀਰ ਮੇਰੇ ਪੁੱਤਰਾਂ ਵਰਗੇ ਮੋਹਨ ਸਿੰਘ ਦਾ ਬੜਾ ਸ਼ੁਕਰਗੁਜ਼ਾਰ ਹਾਂ ਔਰ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇਹ ਕੌਮ ਦਾ ਬੜਾ ਵੱਡਾ ਨਿੱਘਰ ਕੰਮ ਕਰ ਰਹੇ ਨੇ। ਇਹ ਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਦੇ ਸਿਰ 'ਤੇ ਮਿਹਰ ਬਣਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਵਿੱਚ ਕੁਝ ਦਿਨਾਂ ਤੋਂ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ ਚੁਣਾਵ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤੀਆਂ ਨੇ।
ਸ਼ਨੀਵਾਰ ਦੇ ਦਿਨ ਦਿੱਲੀ ਸਨਿਕ ਵਿਹਾਰ ਵਿੱਚ ਕਈ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤਾ ਆਪਣਾ ਯੋਗਦਾਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣਾਵ ਨੂੰ ਵੇਖਦਿਆਂ ਹੋਇਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਹਰ ਇੱਕ ਰਾਜਨੀਤਿਕ ਪਾਰਟੀਆਂ ਨੇ ਸ਼ੁਰੂ ਕਰ ਦਿੱਤੀ ਹੈ ਆਪਣੇ ਅਸਤਰ ਤੇ ਤਿਆਰੀਆਂ। ਇਸ ਦਿਨ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕੀਤਾ ਯੋਗਦਾਨ। ਮਨਜਿੰਦਰ ਸਿੰਘ ਸਿਰਸਾ ਦੇ ਅਗਵਾਈ ਵਿੱਚ ਹੋਇਆ ਸਾਰਾ ਇਹ ਕਾਰਜਕ੍ਰਮ। ਦਿੱਲੀ ਤੋਂ ਪੰਜਾਬੀ ਪੋਸਟ 7 ਦਿਨ ਬੰਗਾਲ। ਬੂਟਿਆਂ ਨੂੰ ਪਾਣੀ ਜੇ ਨਾ ਮਿਲੇ ਤਾਂ ਉਹਨਾਂ ਦਾ ਜੀਣਾ ਮੁਸ਼ਕਿਲ ਹੁੰਦਾ ਹੈ। ਬੰਗਾਲ ਵਿੱਚ ਅਤੇ ਝਾਰਖੰਡ ਵਿੱਚ ਸਿੱਖੀ ਦਾ ਬੂਟਾ ਲਾਉਣ ਦੀ ਸੇਵਾ ਨਿਭਾ ਰਹੇ ਨੇ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਵੀਰ। ਸਿੱਖੀ ਦੀ ਪਨੇਰੀ ਛੋਟੇ ਬੱਚਿਆਂ ਨੂੰ ਗੁਰਮਤ ਦਾ ਗਿਆਨ ਦੇ ਕੇ ਵੱਡਾ ਕਰ ਰਹੀ ਨੇ ਗੁਰਮਤ ਲਹਿਰ ਆਰਗੇਨਾਈਜੇਸ਼ਨ ਪੱਛਮੀ ਬੰਗਾਲ ਦੇ ਵੀਰ। ਇਸ ਸੰਸਥਾ ਵੱਲੋਂ ਬੰਗਾਲ ਅਤੇ ਝਾਰਖੰਡ ਦੇ ਗੁਰਦੁਆਰਿਆਂ ਵਿੱਚ ਤਕਰੀਬਨ 20 ਤੋਂ 22 ਗੁਰਦੁਆਰਿਆਂ ਵਿੱਚ ਚੱਲ ਰਹੀਆਂ ਸੀ ਕਲਾਸਾਂ। ਕੋਰੋਨਾ ਮਹਾਮਾਰੀ ਦੇ ਦੌਰਾਨ ਇਹ ਕਲਾਸਾਂ ਹੋ ਗਈਆਂ ਸੀ ਬੰਦ ਅਤੇ ਗੁਰਮਤ ਲਹਿਰ ਆਰਗੇਨਾਈਜੇਸ਼ਨ ਆਸਨਸੋਲ ਪੱਛਮੀ ਬੰਗਾਲ ਨੇ ਆਨਲਾਈਨ ਕਲਾਸ ਦਾ ਇਹ ਜੋ ਡਿਸੀਜਨ ਹੈ ਉਪਰਾਲਾ ਕੀਤਾ ਹੈ। ਸਾਡੇ ਨਾਲ ਗੱਲਬਾਤ ਕੀਤੀ ਹੈ ਵੀਰ ਜਸਵੰਤ ਸਿੰਘ ਹੋਣਾ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪ ਸਾਰੇ ਹੀ ਜਾਣਦੇ ਹੋ कि गुरमत लहर ऑर्गेनाइजेशन ਦੇ ਵੀਰ ਲਗਭਗ ਆਸਨਸੋਲ, ਬਨਪੁਰ, ਨਿਰਸਾ, ਗੋਬਿੰਦ ਨਗਰ, ਬਰਦਵਾਨ ਸਾਰੇ ਹੀ ਗੁਰਦੁਆਰੇ ਦੇ ਵਿੱਚ ਗੁਰਮੁਖੀ ਦੀਆਂ ਕਲਾਸਾਂ ਲਗਾ ਰਹੇ ਆ। ਲੇਕਿਨ ਇਸ ਕਰੋਨਾ ਦੇ ਟਾਈਮ 'ਚ ਜਿੱਥੇ ਅਸੀਂ ਗੁਰਮੁਖੀ ਦੇ ਨਾਲ ਜੁੜਨਾ ਹੈ ਉਸ ਦੇ ਨਾਲ ਹੀ ਸੇਫਟੀ ਨੂੰ ਦੇਖਦੇ ਹੋਏ ਕੁਝ ਸਰਕਾਰੀ ਹਿਦਾਇਤਾਂ ਨੇ ਜਿਹਨੂੰ ਅਸੀਂ ਮੰਨਣਾ ਹੈ, ਜਿਹਨੂੰ ਅਸੀਂ ਫੋਲੋ ਕਰਕੇ ਚੱਲਣਾ ਹੈ। ਸੋ ਇਸ ਕਰਕੇ ਹੀ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੀਆਂ ਇਸ ਵਕਤ ਗੁਰਦੁਆਰੇ ਵਿੱਚ ਓਪਨ ਕਲਾਸਾਂ ਨਹੀਂ ਚੱਲ ਰਹੀਆਂ। ਲੇਕਿਨ ਜਿਸ ਤਰ੍ਹਾਂ ਕਿ ਆਪ ਸੰਗਤ ਵੱਲੋਂ ਕਾਫੀ ਡਿਮਾਂਡ ਵੀ ਆਈ ਔਰ ਕਈ ਵੀਰਾਂ ਨੇ ਸਾਨੂੰ ਸੁਝਾਅ ਦਿੱਤਾ ਕਿ ਕਿਉਂ ਨਾ ਤੁਸੀਂ ਵੀ ਆਨਲਾਈਨ ਗੁਰਮਤ ਦੀਆਂ ਕਲਾਸਾਂ ਚਾਲੂ ਕਰੋ, ਜਿਸ ਦੇ ਵਿੱਚ ਇਸ ਵਕਤ ਤੁਸੀਂ ਜਾਣਦੇ ਹੋ ਕਿ ਗੁਰਮਤ ਲਹਿਰ ਆਰਗੇਨਾਈਜੇਸ਼ਨ ਨੇ ਆਨਲਾਈਨ ਕਲਾਸਾਂ ਦਾ ਸ਼ੁਰੂਆਤ ਕੀਤੀ ਹੈ। ਸੋ ਇਸੇ ਕੜੀ ਦੇ ਵਿੱਚ ਇੱਕ ਹੋਰ ਉਪਰਾਲਾ ਆਪ ਸੰਗਤ ਦੇ ਵਿੱਚ ਅਸੀਂ ਲੈ ਕੇ ਆਏ ਹਾਂ, ਜੋ ਕਿ ਗੁਰਮਤ ਲਹਿਰ ਆਰਗੇਨਾਈਜੇਸ਼ਨ ਗੁਰਮੁਖੀ ਦੀ 35 ਅੱਖਰੀ ਕੰਪੀਟੀਸ਼ਨ ਇੱਕ ਸਟਾਰਟ ਕੀਤੀ ਜਾ ਰਹੀ ਹੈ, ਜੋ 9 ਅਗਸਤ ਤੋਂ ਲੈ ਕੇ 23 ਅਗਸਤ ਤੱਕ ਆਨਲਾਈਨ ਚੱਲੇਗੀ, ਜਿਸ ਦੇ ਵਿੱਚ ਏਜ 1 ਤੋਂ ਲੈ ਕੇ 8 ਸਾਲ ਤੱਕ ਦਾ ਬੱਚਾ, 1 ਸਾਲ ਤੋਂ 8 ਸਾਲ ਤੱਕ ਦਾ ਬੱਚਾ ਇਸ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ। ਇਹ ਬਹੁਤ ਵਧੀਆ ਇੱਕ ਉਪਰਾਲਾ ਹੈ। ਤੁਸੀਂ ਸਾਰੇ ਹੀ GLO ਦੇ WhatsApp ਨੰਬਰ 9832702835 ਦੇ ਵਿੱਚ ਆਪਣੇ ਬੱਚਿਆਂ ਨੂੰ ਜੁਆਇਨ ਕਰਵਾਓ ਇਸ ਦੇ ਵਿੱਚ, ਅਤੇ ਇਸ ਉਪਰਾਲੇ ਦੇ ਵਿੱਚ ਪਾਰਟਿਸਿਪੇਟ ਕਰੋ। ਇਸ ਕੰਪੀਟੀਸ਼ਨ ਦਾ ਜੋ ਵਿਨਰ ਹੈ ਉਹ 30 ਅਗਸਤ ਨੂੰ ਅਸੀਂ ਆਨਲਾਈਨ ਅਨਾਉਂਸ ਕਰਾਂਗੇ, ਅਤੇ ਉਸ ਦੇ ਲਈ ਪ੍ਰਾਈਜ਼ ਵੀ ਹੈ ਵਧੀਆ ਤੋਂ ਵਧੀਆ। ਸੋ ਬੱਚਿਆਂ ਨੂੰ ਇਸ ਉਪਰਾਲੇ ਦੇ ਨਾਲ ਜੋੜੋ, ਅਤੇ ਨਾਲ ਹੋਰ ਵੀ ਜੋ ਉਪਰਾਲੇ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਚੱਲ ਰਹੇ ਨੇ, ਜਿਸ ਤਰ੍ਹਾਂ ਕਿ ਆਨਲਾਈਨ ਸਿੱਖੀ ਮੂਵੀ, ਜੋ ਕਿ ਸਿੱਖ ਮਰਿਆਦਾ ਦੇ ਵਿੱਚ ਸਿੱਖੀ ਮੂਵੀ ਚੱਲ ਰਹੀ ਹੈ। ਹੋਰ ਵੀ ਉਪਰਾਲੇ ਜੋ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ, ਜਿਸ ਦੀ ਵਧੇਰੀ ਜਾਣਕਾਰੀ ਤੁਸੀਂ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਫੇਸਬੁੱਕ ਪੇਜ, YouTube ਪੇਜ 'ਤੇ ਜਾ ਕੇ ਲੈ ਸਕਦੇ ਹੋ। ਸੋ ਬੇਨਤੀ ਹੈ ਆਪ ਸਾਰਿਆਂ ਦੇ ਨਾਲ ਕੋਲ ਕਿ ਵੱਧ ਤੋਂ ਵੱਧ ਗੁਰਮਤ ਲਹਿਰ ਆਰਗੇਨਾਈਜੇਸ਼ਨ ਦੇ ਫੇਸਬੁੱਕ ਪੇਜ, YouTube ਪੇਜ ਦੇ ਨਾਲ ਜੁੜੋ ਅਤੇ ਵੱਧ ਤੋਂ ਵੱਧ ਜਾਣਕਾਰੀ ਲਓ, ਅਤੇ ਇਸ ਉਪਰਾਲੇ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਸਿੱਖ ਬੱਚਿਆਂ ਨੂੰ ਗੁਰਮਤ ਦਾ ਗਿਆਨ ਦੇ ਰਹੀ ਨੇ ਗੁਰਮਤ ਐਜੂਕੇਸ਼ਨ ਸੁਸਾਇਟੀ ਨੇ ਬੱਚਿਆਂ ਵਿੱਚ ਕਰਵਾਈਆਂ ਗੁਰਮਤ ਪ੍ਰਤੀਯੋਗਿਤਾਵਾਂ। ਗੁਰਮਤ ਐਜੂਕੇਸ਼ਨ ਸੁਸਾਇਟੀ ਪੰਜਾਬ ਵੱਲੋਂ ਕਰਾਏ ਗਏ ਗੁਰਮਤ ਪ੍ਰਤੀਯੋਗਿਤਾਵਾਂ ਦੇ ਵਿੱਚ ਤਕਰੀਬਨ 388 ਬੱਚਿਆਂ ਨੇ ਹਿੱਸਾ ਲਿਆ ਸੀ, ਜਿਸ ਦੇ ਨਤੀਜੇ ਆ ਚੁੱਕੇ ਨੇ। ਸੰਸਥਾ ਵੱਲੋਂ ਵੀਰ ਮਨਜੀਤ ਸਿੰਘ ਤੇ ਬੀਬੀ ਇੰਦਰਜੀਤ ਕੌਰ ਹੋਣਾ ਨੇ ਨਤੀਜਿਆਂ ਬਾਰੇ ਦੱਸਿਆ। ਗੁਰਮਤ ਐਜੂਕੇਸ਼ਨ ਸੁਸਾਇਟੀ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਮਨਜੀਤ ਸਿੰਘ ਜੰਡਾ।
ਜਿਵੇਂ ਆਪ ਜਾਣਦੇ ਹੋ ਗੁਰਮਤਿ ਐਜੂਕੇਸ਼ਨ ਸੁਸਾਇਟੀ ਬਹੁਤ ਥੋੜੇ ਸਮੇਂ ਤੋਂ ਹੋਂਦ ਵਿੱਚ ਆਈ ਹੈ। ਇਹ ਆਪਣੇ ਨਾਲ ਬਹੁਤ ਸੋਹਣਾ ਮਿਸ਼ਨ ਲੈ ਕੇ ਆਪ ਸਭ ਜੀ ਦੇ ਸਹਿਯੋਗ ਨਾਲ ਅੱਗੇ ਵਧ ਰਹੀ ਹੈ। ਇਸ ਦਾ ਮਿਸ਼ਨ ਹੈ ਬੱਚਿਆਂ ਨੂੰ ਗੁਰੂ ਦੀ ਸਿੱਖਿਆ, ਗੁਰੂ ਦੇ ਸਿਧਾਂਤ ਤੇ ਗੁਰੂ ਦੀ ਬਾਣੀ ਨਾਲ ਜੋੜਨਾ ਤੇ ਐਜੂਕੇਸ਼ਨ ਵਿੱਚ ਉਹਨਾਂ ਬੱਚਿਆਂ ਦੀ ਹੈਲਪ ਕਰਨਾ ਜੋ ਆਰਥਿਕ ਪੱਖ ਤੋਂ ਕਮਜ਼ੋਰ ਹਨ। ਤੇ ਹੁਣ ਅਸੀਂ ਵੱਧਦੇ ਹਾਂ ਮਈ ਮਹੀਨੇ ਵਿੱਚ ਕਰਾਏ ਗਏ ਆਨਲਾਈਨ ਕਵਿਤਾ ਤੇ ਲੈਕਚਰ ਦੇ ਕੰਪੀਟੀਸ਼ਨ ਵੱਲ, ਜਿਸ ਦੇ ਰਿਜ਼ਲਟ ਇੰਦਰਜੀਤ ਜੰਡਾ ਅਨਾਉਂਸ ਕਰਨਗੇ। ਇੰਦਰਜੀਤ। ਥੈਂਕ ਯੂ ਮਨਜੀਤ ਜੀ। ਇੰਦਰਜੀਤ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਮਤਿ ਐਜੂਕੇਸ਼ਨ ਸੁਸਾਇਟੀ ਵੱਲੋਂ ਇਹ ਪਹਿਲਾ ਆਨਲਾਈਨ ਕੰਪੀਟੀਸ਼ਨ ਕਰਾਇਆ ਗਿਆ ਹੈ, ਜਿਸ ਦਾ ਉਪਰਾਲਾ ਭਾਈ ਗੁਰਜੋਤ ਸਿੰਘ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਹਰਸ਼ਦੀਪ ਸਿੰਘ ਜੀ ਨੇ ਕੀਤਾ ਹੈ। ਇਸ ਕੰਪੀਟੀਸ਼ਨ ਦੇ ਵਿੱਚ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਆਲਮੋਸਟ 350 ਤੋਂ ਜ਼ਿਆਦਾ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ। ਸਭ ਤੋਂ ਪਹਿਲਾਂ ਉਹਨਾਂ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ, ਅਤੇ ਉਹਨਾਂ ਦੇ ਪੇਰੈਂਟਸ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਪੂਰਾ ਸਹਿਯੋਗ ਦਿੱਤਾ। ਇਸ ਕੰਪੀਟੀਸ਼ਨ ਦੇ 2 ਟੌਪਿਕ ਹਨ, ਇੱਕ ਹੈ ਲੈਕਚਰ ਅਤੇ ਇੱਕ ਹੈ ਕਵਿਤਾ, ਅਤੇ ਇਹ 4 ਗਰੁੱਪਸ ਦੇ ਵਿੱਚ ਵੰਡਿਆ ਹੋਇਆ ਹੈ। ਆਓ ਆਪਾਂ ਪਹਿਲੇ ਗਰੁੱਪ ਦਾ ਰਿਜ਼ਲਟ ਦੇਖੀਏ। ਸੋ ਫਰਸਟ ਗਰੁੱਪ ਦੇ ਵਿੱਚ ਕਲਾਸ 3rd ਤੋਂ ਲੈ ਕੇ 5th ਤੱਕ ਦੇ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ। ਕਵਿਤਾ ਦਾ ਰਿਜ਼ਲਟ ਇਸ ਤਰ੍ਹਾਂ ਹੈ। 3rd ਪਲੇਸ ਤੇ ਆਏ ਹਨ ਪਲਕ ਪ੍ਰੀਤ ਕੌਰ, ਰੋਲ ਨੰਬਰ 384, ਫਾਦਰਸ ਨੇਮ ਸਰਦਾਰ ਪਲਵਿੰਦਰ ਸਿੰਘ, ਅਤੇ ਇਹ ਗੁਰਦਾਸਪੁਰ ਤੋਂ ਹਨ। 2nd ਪਲੇਸ ਤੇ ਆਏ ਹਨ ਮਨਰੂਪ ਕੌਰ, ਰੋਲ ਨੰਬਰ 238, ਫਾਦਰਸ ਨੇਮ ਸਰਦਾਰ ਸਰਬਜੀਤ ਸਿੰਘ, ਅਤੇ ਇਹ ਪਟਨਾ ਸਾਹਿਬ ਤੋਂ ਹਨ। 1st ਪਲੇਸ ਤੇ ਆਏ ਹਨ ਗੁਰਸਿਮਰਨ ਕੌਰ, ਰੋਲ ਨੰਬਰ 6, ਫਾਦਰਸ ਨੇਮ ਸਰਦਾਰ ਤਰਨਜੀਤ ਸਿੰਘ, ਅਤੇ ਇਹ ਪਟਿਆਲਾ ਤੋਂ ਹਨ। ਲੈਕਚਰ ਦੇ ਕੰਪੀਟੀਸ਼ਨ ਦਾ ਰਿਜ਼ਲਟ ਇਸ ਤਰ੍ਹਾਂ ਹੈ। ਇਸ ਵਿੱਚ 2 ਸਟੂਡੈਂਟ ਅੱਗੇ ਆਏ ਹਨ, ਜਿਨ੍ਹਾਂ ਵਿੱਚ 2nd ਪਲੇਸ ਤੇ ਆਏ ਹਨ ਪ੍ਰਭਮੀਤ ਸਿੰਘ, ਰੋਲ ਨੰਬਰ 46, ਫਾਦਰਸ ਨੇਮ ਸਰਦਾਰ ਹਰਮਿੰਦਰ ਪਾਲ ਸਿੰਘ, ਅਤੇ ਇਹ ਲੁਧਿਆਣਾ ਤੋਂ ਹਨ। 1st ਪਲੇਸ ਤੇ ਆਏ ਹਨ ਨਿਮਰਤ ਜੋਤ ਸਿੰਘ, ਰੋਲ ਨੰਬਰ 51, ਫਾਦਰਸ ਨੇਮ ਸਰਦਾਰ ਹਰਿੰਦਰ ਪਾਲ ਸਿੰਘ, ਅਤੇ ਇਹ ਗੁਰਦਾਸਪੁਰ ਤੋਂ ਹਨ। ਹਾਂਜੀ, 2nd ਗਰੁੱਪ। ਹਾਂਜੀ, ਗਰੁੱਪ ਨੰਬਰ 2 ਦੇ ਵਿੱਚ ਕਲਾਸ 6ਵੀਂ ਤੋਂ ਲੈ ਕੇ 8ਵੀਂ ਤੱਕ ਸਟੂਡੈਂਟ ਹਨ। ਕਵਿਤਾ ਦਾ ਰਿਜ਼ਲਟ ਇਸ ਤਰ੍ਹਾਂ ਹੈ। 3rd ਪਲੇਸ ਤੇ ਆਏ ਹਨ ਜਸਵਿੰਦਰ ਕੌਰ, ਜਿਨ੍ਹਾਂ ਦਾ ਰੋਲ ਨੰਬਰ 320 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਹਰਵਿੰਦਰ ਸਿੰਘ, ਇਹ ਇਸਮਾਇਲਾਬਾਦ ਤੋਂ ਹਨ। 2nd ਪਲੇਸ ਤੇ ਆਏ ਹਨ ਅਮਰਿੰਦਰ ਸਿੰਘ, ਇਹਨਾਂ ਦਾ ਰੋਲ ਨੰਬਰ 116 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਰਸ਼ਪਾਲ ਸਿੰਘ, ਇਹ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਹਨ। 1st ਪਲੇਸ ਤੇ ਆਏ ਹਨ ਕਮਰ ਅਜੀਤ ਸਿੰਘ, ਇਹਨਾਂ ਦਾ ਰੋਲ ਨੰਬਰ 315 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਬਲਜਿੰਦਰ ਸਿੰਘ ਹੈ, ਇਹ ਅੰਬਾਲਾ ਨੂੰ ਬਿਲੋਂਗ ਕਰਦੇ ਹਨ। ਹੁਣ ਆਪਾਂ ਦੇਖਦੇ ਹਾਂ ਗਰੁੱਪ 2 ਵਿੱਚ ਲੈਕਚਰ ਦੇ ਰਿਜ਼ਲਟ। 3rd ਪਲੇਸ ਤੇ ਆਏ ਹਨ ਗੁਰਬਾਨੀ ਕੌਰ, ਬਹੁਤ ਵਧੀਆ ਨਾਮ, ਇਹਨਾਂ ਦਾ ਰੋਲ ਨੰਬਰ 229 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਰਜਵੀਰ ਸਿੰਘ, ਇਹ ਜਲੰਧਰ ਨੂੰ ਬਿਲੋਂਗ ਕਰਦੇ ਹਨ। 2nd ਪਲੇਸ ਤੇ ਆਏ ਹਨ ਕੀਰਤਪ੍ਰੀਤ ਸਿੰਘ, ਇਹਨਾਂ ਦਾ ਰੋਲ ਨੰਬਰ 275 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਗੁਰਵਿੰਦਰ ਸਿੰਘ ਹੈ, ਇਹ ਜਮਨਾ ਨਗਰ ਤੋਂ ਹਨ। 1st ਪਲੇਸ ਤੇ ਆਏ ਹਨ ਸੁਖਮਨਵੀਰ ਕੌਰ, ਇਹਨਾਂ ਦਾ ਰੋਲ ਨੰਬਰ 160 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਗੁਰਸੇਵਕ ਸਿੰਘ ਹੈ, ਇਹ ਸਮਾਣਾ ਨੂੰ ਬਿਲੋਂਗ ਕਰਦੇ ਹਨ। ਗਰੁੱਪ ਨੰਬਰ 3। ਹਾਂਜੀ, ਗਰੁੱਪ ਨੰਬਰ 3 ਦਾ ਰਿਜ਼ਲਟ ਇਸ ਤਰ੍ਹਾਂ ਹੈ। ਇਸ ਵਿੱਚ ਕਲਾਸ 9th ਤੋਂ ਲੈ ਕੇ 12th ਤੱਕ ਦੇ ਗ੍ਰੇਡ
9th ਤੋਂ 12th ਗ੍ਰੇਡ ਤੱਕ ਦੇ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਹੈ। ਕਵਿਤਾ ਦਾ ਰਿਜ਼ਲਟ ਇਸ ਤਰ੍ਹਾਂ ਹੈ। 3rd ਪਲੇਸ ਤੇ ਆਏ ਹਨ ਖੁਸ਼ਦੀਪ ਕੌਰ, ਰੋਲ ਨੰਬਰ 161, ਫਾਦਰਸ ਨੇਮ ਸਰਦਾਰ ਅਮਰਜੀਤ ਸਿੰਘ ਅਤੇ ਇਹ ਮਾਨਸਾ ਤੋਂ ਹਨ। 2nd ਪਲੇਸ ਤੇ ਆਏ ਹਨ ਗੁਰਵਿੰਦਰ ਸਿੰਘ, ਰੋਲ ਨੰਬਰ 151, ਫਾਦਰਸ ਨੇਮ ਸਰਦਾਰ ਗੁਰਲਾਲ ਸਿੰਘ ਅਤੇ ਇਹ ਸੰਗਰੂਰ ਤੋਂ ਹਨ। 1st ਪਲੇਸ ਤੇ ਆਏ ਹਨ ਜਗਜੀਤ ਸਿੰਘ, ਰੋਲ ਨੰਬਰ 138, ਫਾਦਰਸ ਨੇਮ ਸਰਦਾਰ ਸਵਰਨ ਸਿੰਘ ਅਤੇ ਇਹ ਫਿਰੋਜ਼ਪੁਰ ਤੋਂ ਹਨ। ਲੈਕਚਰ ਦਾ ਰਿਜ਼ਲਟ ਇਸ ਤਰ੍ਹਾਂ ਹੈ। 3rd ਪਲੇਸ ਤੇ ਆਏ ਹਨ ਜਸਮੀਤ ਸਿੰਘ, ਰੋਲ ਨੰਬਰ 184, ਫਾਦਰਸ ਨੇਮ ਸਰਦਾਰ ਭੁਪਿੰਦਰ ਸਿੰਘ ਅਤੇ ਇਹ ਪਟਿਆਲਾ ਤੋਂ ਹਨ। 2nd ਪਲੇਸ ਤੇ ਆਏ ਹਨ ਜਸਲੀਨ ਕੌਰ, ਰੋਲ ਨੰਬਰ 186, ਫਾਦਰਸ ਨੇਮ ਸਰਦਾਰ ਹਰਮਿੰਦਰ ਪਾਲ ਸਿੰਘ ਅਤੇ ਇਹ ਲੁਧਿਆਣਾ ਤੋਂ ਹਨ। 1st ਪਲੇਸ ਤੇ ਆਏ ਹਨ ਮਨਰੂਪ ਕੌਰ, ਰੋਲ ਨੰਬਰ 168, ਫਾਦਰਸ ਨੇਮ ਸਰਦਾਰ ਪ੍ਰਿਤਪਾਲ ਸਿੰਘ ਅਤੇ ਇਹ ਕਪੂਰਥਲਾ ਤੋਂ ਹਨ। ਹਾਂਜੀ, 4th ਗਰੁੱਪ। ਜੋ ਹੁਣ ਅਸੀਂ ਅੱਗੇ ਵਧਦੇ ਹਾਂ ਗਰੁੱਪ ਨੰਬਰ 4, ਇਸ ਦੇ ਵਿੱਚ ਸਾਰੇ ਕਾਲਜ ਦੇ ਸਟੂਡੈਂਟ ਹਨ। ਹੁਣ ਸੁਣੋ ਕਵਿਤਾ ਦੇ ਰਿਜ਼ਲਟ। 3rd ਪਲੇਸ ਵਿੱਚ ਆਏ ਹਨ ਤਾਲਪ੍ਰੀਤ ਕੌਰ, ਇਹਨਾਂ ਦਾ ਰੋਲ ਨੰਬਰ 243 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਜਸਵੰਤ ਸਿੰਘ ਤੇ ਕਾਨਪੁਰ ਤੋਂ ਹਨ। 2nd ਪਲੇਸ ਵਿੱਚ ਹਰਲੀਨ ਕੌਰ ਆਏ ਹਨ, ਇਹਨਾਂ ਦਾ ਰੋਲ ਨੰਬਰ 196 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਇੰਦਰਪਾਲ ਸਿਨਵਾ ਹੈ, ਇਹ ਜਲੰਧਰ ਤੋਂ ਹਨ। 1st ਪਲੇਸ ਦੇ ਵਿੱਚ ਆਏ ਹਨ ਬਿਟਿਆ ਅਵਨੀਤ ਕੌਰ, ਇਹਨਾਂ ਦਾ ਰੋਲ ਨੰਬਰ 206 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਸਰਦਾਰ ਭੁਪਿੰਦਰ ਸਿੰਘ ਹੈ, ਇਹ ਪਟਿਆਲਾ ਤੋਂ ਹਨ। ਹੁਣ ਆਪਾਂ ਜਾਂਦੇ ਹਾਂ ਲੈਕਚਰ ਵੱਲ। ਲੈਕਚਰ ਦੇ ਰਿਜ਼ਲਟ ਇਸ ਤਰ੍ਹਾਂ ਹਨ। 3rd ਪਲੇਸ ਵਿੱਚ ਹਨ ਸਿਮਰਪ੍ਰੀਤ ਕੌਰ, ਇਹਨਾਂ ਦਾ ਰੋਲ ਨੰਬਰ 217 ਹੈ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਗੁਰਮੀਤ ਸਿੰਘ ਹੈ, ਇਹ ਪਟਿਆਲਾ ਨੂੰ ਬਿਲੋਂਗ ਕਰਦੇ ਹਨ। 2nd ਪਲੇਸ ਤੇ ਹਨ ਹਿਮਾਨੀ ਖੇਤਰਪਾਲ, ਇਹਨਾਂ ਦਾ ਰੋਲ ਨੰਬਰ 205 ਹੈ। ਇਹਨਾਂ ਦੇ ਫਾਦਰ ਸਾਹਿਬ ਖੇਮਚੰਦ ਹਨ, ਇਹਨਾਂ ਦਾ ਪਟਿਆਲਾ ਨੂੰ ਬਿਲੋਂਗ ਕਰਦੇ ਹਨ। 1st ਪਲੇਸ ਤੇ ਹਨ ਸਿਮਰਨ ਕੌਰ, ਇਹਨਾਂ ਦਾ ਰੋਲ ਨੰਬਰ 258 ਹੈ। ਇਹਨਾਂ ਦੇ ਫਾਦਰ ਸਾਹਿਬ ਸਰਦਾਰ ਸੋਹਣ ਸਿੰਘ ਹਨ, ਇਹ ਦਿੱਲੀ ਨੂੰ ਬਿਲੋਂਗ ਕਰਦੇ ਹਨ। ਇੰਦਰਜੀਤ ਜੀ, ਇਹ ਸਨ ਬੱਚਿਆਂ ਦੇ ਕੰਪੀਟੀਸ਼ਨ ਦੇ ਰਿਜ਼ਲਟ। ਬਹੁਤ ਵਧੀਆ ਪਰਫਾਰਮੈਂਸ ਸੀ। ਸਾਰੇ ਹੀ ਬੱਚਿਆਂ ਨੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ। ਸਾਰੇ ਹੀ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਜਿਨ੍ਹਾਂ ਵੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸਾਰੇ ਹੀ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਬਹੁਤ ਧੰਨਵਾਦ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਬੱਚਿਆਂ ਦਾ। ਜਿੰਨੇ ਵੀ ਬੱਚੇ ਆਏ ਸਾਰੇ ਹੀ ਇਸ ਕੰਪੀਟੀਸ਼ਨ ਵਿੱਚ ਵਿਨਰ ਹਨ। ਅਸੀਂ ਸਾਰੇ ਬੱਚਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਆਪਣੀ ਗੁਰਮਤਿ ਐਜੂਕੇਸ਼ਨ ਸੁਸਾਇਟੀ ਵੱਲੋਂ। ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਜੂਕੇ ਵਾਲੇ, ਸਰਦਾਰ ਨਰਿੰਦਰ ਸਿੰਘ, ਜਿਨ੍ਹਾਂ ਨੇ ਪਰਫਾਰਮੈਂਸ ਰਿਵਿਊ ਵਿੱਚ ਬਹੁਤ ਹੀ ਜ਼ਿਆਦਾ ਸੇਵਾ ਨਿਭਾਈ। ਬਹੁਤ ਥੈਂਕ ਯੂ ਭਾਈ ਸਾਹਿਬ। ਹਾਂਜੀ, ਸਾਡੇ ਸਾਰਿਆਂ ਵੱਲੋਂ ਅਗੇਨ ਗੁਰਮਤਿ ਐਜੂਕੇਸ਼ਨ ਸੁਸਾਇਟੀ ਵੱਲੋਂ ਸਾਰੇ ਹੀ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹ ਸਾਡਾ ਪਹਿਲਾ ਆਨਲਾਈਨ ਕੰਪੀਟੀਸ਼ਨ ਸੀ ਜਿਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਵਾਸਤੇ ਮਿਲਿਆ। ਸਾਨੂੰ ਬਹੁਤ ਵਧੀਆ ਫੀਡਬੈਕਸ ਵੀ ਆਏ ਅਤੇ ਬਹੁਤ ਵਧੀਆ ਸੁਜੈਸ਼ਨਸ ਵੀ ਆਈਆਂ। ਆਉਣ ਵਾਲੇ ਟਾਈਮ ਦੇ ਵਿੱਚ ਗੁਰਮਤਿ ਐਜੂਕੇਸ਼ਨ ਸੁਸਾਇਟੀ ਹੋਰ ਵੀ ਪ੍ਰੋਗਰਾਮ ਲੈ ਕੇ ਆ ਰਹੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਬੱਚੇ ਇਸੇ ਤਰ੍ਹਾਂ ਵੱਧ ਚੜ੍ਹ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਹਿੱਸਾ ਲੈਣਗੇ। ਉਹਨਾਂ ਪ੍ਰੋਗਰਾਮਾਂ ਦਾ ਸਕੇਡਿਊਲਸ ਐਂਡ ਅਸੀਂ ਫੇਸਬੁੱਕ ਦੇ ਉੱਤੇ ਪੋਸਟ ਕਰ ਦੇਵਾਂਗੇ। ਅਖੀਰ ਦੇ ਵਿੱਚ ਸਾਡੇ ਵੱਲੋਂ US ਫੈਮਿਲੀ ਵੱਲੋਂ ਅਤੇ ਸਾਡੀ ਦੂਜੀ ਫੈਮਿਲੀ ਸੁਖਜੀਤ ਸਿੰਘ ਮੰਗਟ ਪੋਲੈਂਡ ਵਾਲੇ, ਉਹਨਾਂ ਵੱਲੋਂ ਸਾਰੇ ਪ੍ਰਬੰਧਕਾਂ ਦਾ, ਸਾਰੇ ਸਪੋਰਟਰਸ ਦਾ, ਪੇਰੈਂਟਸ ਦਾ, ਬੱਚਿਆਂ ਦਾ ਤੇ ਸਾਰੀ ਹੀ ਫੈਮਿਲੀਜ਼ ਦਾ ਬਹੁਤ ਬਹੁਤ ਧੰਨਵਾਦ। One more thing I would like to add,
and this is my personal experience. Helping kids is such a rewarding. It's been I've been on this journey for a while, and I cannot express enough how I feel. It feels wonderful. It feels great. It feels humble to help those kids. You know, I would love to, and request all of you to please join us on this journey. You have nothing to lose, but you will definitely gain a lot. Thank you. ਚਲੋ ਫਿਰ ਆਪਾਂ ਹੁਣ ਫਤਿਹ ਬੁਲਾਈਏ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੱਕ ਆਪ ਸਾਰੇ ਦਰਸ਼ਕ ਵੇਖ ਰਹੇ ਸੀ ਪੰਜਾਬੀ ਪੋਸਟ 7 ਦਿਨ ਬੰਗਾਲ ਦੀਆਂ ਖਬਰਾਂ ਤੇ ਵੇਖਦੇ ਰਹੋ SGTV। ਦੋ ਮੋਹਨ ਸਿੰਘ ਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ, ਗੱਲ ਹੋਵੇਗੀ ਸਮਾਜ ਦੀ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ, ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ, ਕੌਮ ਦੇ ਗੱਦਾਰ ਹੋ ਜਾਣ ਸਾਵਧਾਨ। ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਾਬੀ ਪੋਸਟ 7 ਦਿਨ ਬੰਗਾਲ। ਬੰਗਾਲ, ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਹਰ ਹਲਚਲਾਂ, ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ, ਸਿੱਖੀ ਸਿਧਾਂਤਾਂ ਦੀ, ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ। ਪੰਜਾਬੀ ਪੋਸਟ 7 ਦਿਨ ਬੰਗਾਲ SGTV ਤੇ।